ਜਿਹੜਾ ਦੇਸੀ ਘਿਓ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਗੁੱਡ ਕੋਲੈਸਟਰੋਲ ਹੁੰਦੇ ਆ, ਹਾਈ ਡੈਂਸਿਟੀ ਕੋਲੈਸਟਰੋਲ ਹੁੰਦੇ ਆ, ਹਾਈ ਡੈਂਸਿਟੀ ਲਿਪੋਪ੍ਰੋਟੀਨ ਹੁੰਦੇ ਆ, ਜਿਨ੍ਹਾਂ ਦਾ ਮੈਲਟਿੰਗ ਪੁਆਇੰਟ ਬਹੁਤ ਘੱਟ ਹੁੰਦਾ ਹੈ। ਤੇ ਇਸੇ ਵਜ੍ਹਾ ਕਰਕੇ ਮੈਂ ਦਾਅਵਾ ਕਰਦਾ ਹੁੰਦਾ ਕਿ ਇਸ ਮੱਖਣੀ ਤੋਂ ਬਣੇ ਦੇਸੀ ਘਿਓ ਨੂੰ ਖਾਣ ਦੇ ਨਾਲ ਕਦੀ ਬਲੌਕੇਜ ਨਹੀਂ ਹੋ ਸਕਦੀ, ਕਦੀ ਹਾਰਟ ਅਟੈਕ ਨਹੀਂ ਹੋ ਸਕਦਾ, ਕਦੀ ਕੌਨਸਟੀਪੇਸ਼ਨ ਨਹੀਂ ਹੋ ਸਕਦੀ, ਕਦੀ ਪੈਰਾਲਾਈਸਿਸ ਵਰਗੀਆਂ ਬਿਮਾਰੀਆਂ ਨਹੀਂ ਹੋ ਸਕਦੀਆਂ। ਤੁਸੀਂ ਬੇਚਿੰਤ ਹੋ ਕੇ ਦੇਸੀ ਘਿਓ ਖਾ ਸਕਦੇ ਹੋ। सत श्री अकाल दोस्तों, मैं प्रगट सिंह भुल्लर ते स्वागत करते हैं तुहाडा अपने यूट्यूब चैनल ते। यूट्यूब चैनल ते सानू ज्वाइन बटन प्रेस करके लाइक ते सपोर्ट जरूर करना। इस वीडियो नू वध तो वध मैक्सिमम शेयर करना, क्योंकि इस वीडियो दे विच तुहाडा एक बहुत वड्डा डर ते बहुत वड्डा वहम दूर करना है। अक्सर ही जदों तुसीं मैनूं फोन कॉल दे उत्ते जां मैसेजेस दे राहीं ऑस्टियोफ्राइसिस बारे डिस्कस करदे हो, जां मैनूं अपने पिगमेंटेशन चेहरे दीयां छाइयां बारे डिस्कस करदे हो, डिप्रैशन बारे डिस्कस करते हो, या साइटका बारे डिस्कस करते हो, तो दो बड़े कॉमन इलाज तुहानूं मैं यूज़ करने लई कहना, एक मखनी ते दूसरा देसी घ्यो। तो पहला ही तुहाडा उत्थे डर ते वहम ज़ाहिर हो जाता कि इन्हां दो प्रोडक्ट्स का इस्तेमाल करन दे नाल कोलैस्ट्रॉल वधदा है जी, ब्लॉकेज हुंदी आ, हार्ट अटैक का खतरा हुंदा है। फिर वो किहड़ा देसी घ्यो सी जां किहड़ी मखनी सी जिहदा बणिया कणा किलो किलो साडे बजुर्ग खा जांदे सी। खड़ा खड़ोता बंदा पाईया पाईया देसी घ्यो पी जाता सी। सारा दिन असी खाना बनाने के लिए देसी घ्यो ते मखनी का इस्तेमाल करते सी। इन्ना घ्यो खाने के बावजूद भी कभी भी किसी को ब्लॉकेज नहीं सी होई, कभी किसी को पैरालाइज नहीं सी होया, कभी किसी को हार्ट अटैक नहीं सी होया, कभी किसी को नर्व सिस्टम की वीकनेस नहीं हुई सी, कभी किसी को साइटका पेन नहीं सी होई। वो देसी घ्यो है जी आ जिहड़ा ये देसी घ्यो ट्रैडिशनली तैयार किया जाता है। तो अज इसे देसी घ्यो नूं किस तरह तैयार करना, इस सारे प्रोसैस नूं आपां तुहाडे नाल वीडियो दे विच डिस्कस करांगे। ते हुण आपां गल करदे हां कि किवें काढ़नी दे विचों असीं दुੱਧ गर्म करके ਉਹਦੇ ਤੋਂ देसी घ्यो ਤਿਆਰ ਕਰਨਾ ਹੈ, ਮੱਖਣੀ ਤਿਆਰ ਕਰਨੀ ਹੈ। ਸਿਫਤਾਂ ਸਾਡੇ ਘਰ ਦੇ ਵਿੱਚ ਸੁਣਨ ਨੂੰ ਮਿਲਦੀਆਂ ਨੇ ਹਾਰੇ ਦੇ ਦੁੱਧ ਦੀਆਂ ਜਾਂ ਕਾੜਨੀ ਦੇ ਦੁੱਧ ਦੀਆਂ। ਇਹ ਸਾਰਾ ਪ੍ਰੋਸੈਸ ਉਹੀ ਹੈ ਤੇ ਬਿਲਕੁਲ ਜ਼ੀਰੋ ਸਟੈਪ ਤੋਂ ਸਟਾਰਟ ਕਰਾਂਗਾ, ਕੱਲੀ ਕੱਲੀ ਚੀਜ਼ ਤੁਹਾਨੂੰ ਐਕਸਪਲੇਨ ਕਰਾਂਗਾ। ਜਿਹੜਾ ਅਸੀਂ ਚੁੱਲ੍ਹੇ ਦੀ ਗੱਲ ਕਰੀਏ ਤੇ ਚੁੱਲ੍ਹਾ ਸਿਰਫ ਅਸੀਂ ਇਹਦੇ ਵਿੱਚ ਜਾਂ ਤਾਂ ਹਾਰਾ ਯੂਜ਼ ਕਰ ਸਕਦੇ ਹਾਂ। ਹਾਰੇ ਦੀ ਕੀ ਖਾਸੀਅਤ ਹੁੰਦੀ ਹੈ ਕਿ ਮਿੱਟੀ ਦੇ ਵਿੱਚ ਡੂੰਘਾ ਬਣਾਇਆ ਜਾਂਦਾ ਇਸ ਚੁੱਲ੍ਹੇ ਨੂੰ ਤਾਂ ਕਿ ਈਵਨਲੀ ਸਾਰੀ ਅੱਗ ਦੁੱਧ ਨੂੰ ਮਿਲੇ। ਬਾਕੀ ਦੀਆਂ ਸਿਫਤਾਂ ਮੈਂ ਤੁਹਾਨੂੰ ਇਸ ਵੀਡੀਓ ਦੇ ਨਾਲ ਦੱਸੂਗਾ। ਤੁਸੀਂ ਚੁੱਲ੍ਹੇ ਜਾਂ ਗੈਸ ਦੇ ਉੱਤੇ ਦੁੱਧ ਨਹੀਂ ਗਰਮ ਕਰ ਸਕਦੇ ਹੈਗੇ। ਜੇ ਆਪਾਂ ਬਰਤਨ ਦੀ ਗੱਲ ਕਰੀਏ ਤੇ ਕਾੜਨੀ ਲੈਣੀ ਹੈ। ਕਾੜਨੀ ਤੇ ਚਾਟੀ ਵਿੱਚ ਫ਼ਰਕ ਹੁੰਦਾ ਹੈ। ਕਾੜਨੀ ਦੇ ਵਿੱਚ ਅਸੀਂ 4-5 ਦਿਨ ਲਈ ਪਾਣੀ ਪਾ ਕੇ ਰੱਖਣਾ ਤਾਂ ਕਿ ਇਹ ਹੋਰ ਪੱਕ ਜਾਵੇ। ਦੂਸਰਾ, ਜਦੋਂ ਅਸੀਂ ਕਾੜਨੀ ਨੂੰ ਬਣਾਉਣੇ ਆ, ਘੁਮਿਆਰ ਕਾੜਨੀ ਨੂੰ ਬਣਾਉਂਦਾ ਤਾਂ ਉਹਦੀ ਤਸੀਰ ਗਰਮ ਹੋ ਜਾਂਦੀ ਹੈ, ਕਿਉਂਕਿ ਉਹਨੂੰ ਅੱਗ ਦੇ ਵਿੱਚ ਤਾਉਂਦੇ ਆ ਤੇ ਫਿਰ ਇਹ ਪਾਣੀ ਰੱਖਣ ਦੇ ਨਾਲ ਇਹਦੀ ਤਸੀਰ ਠੰਡੀ ਹੋ ਜਾਂਦੀ ਹੈ। ਤੇ ਨਾਲ ਅਸੀਂ ਲਵਾਂਗੇ ਮੱਖਣੀ। ਮੱਖਣੀ ਦਾ ਕੀ ਉਪਯੋਗ ਹੈ ਵੀ ਤੁਹਾਨੂੰ ਦੱਸਦੇ ਹਾਂ ਕਿ ਇਹ ਸਪੈਸ਼ਲ ਭਾਂਡਾ ਹੈ ਕਾੜਨੀ ਨੂੰ ਉੱਪਰੋਂ ਕੱਜਣ ਦੇ ਲਈ। ਤੇ ਹੁਣ ਆਪਾਂ ਸਟਾਰਟ ਕਰਦੇ ਹਾਂ ਕਿ ਕਿਸ ਤਰ੍ਹਾਂ ਸਾਰਾ ਪ੍ਰੋਸੈਸ ਸਟਾਰਟ ਕਰੀਏ। ਹੁਣ ਆਪਾਂ ਕਾੜਨੀ ਦੇ ਵਿੱਚੋਂ ਪਾਣੀ ਬਾਹਰ ਕੱਢ ਲੈਣਾ ਜਿਹੜਾ ਆਪਾਂ 4-5 ਦਿਨ ਲਈ ਇਹਦੇ ਵਿੱਚ ਪਾ ਕੇ ਰੱਖਿਆ ਸੀਗਾ। ਤੇ ਫਿਰ ਇਸ ਕਾੜਨੀ ਨੂੰ ਆਪਾਂ ਮੱਖਣੀ ਦੇ ਨਾਲ, ਬਿਲਕੁਲ ਤਾਜ਼ੀ ਮੱਖਣੀ ਦੇ ਨਾਲ ਚੋਪੜਨਾ ਹੈ। ਕਿਉਂ ਚੋਪੜਨਾ ਹੈ? ਬੜੀ ਖਾਸ ਜ਼ਰੂਰੀ ਚੀਜ਼ ਹੈ, ਕਿਉਂਕਿ ਜਦੋਂ ਅਸੀਂ ਕਾੜਨੀ ਨੂੰ ਅੰਦਰੋਂ ਚੋਪੜ ਦਿੰਦੇ ਹਾਂ ਫਿਰ ਜਿਹੜਾ ਅਸੀਂ ਨਵਾਂ ਭਾਂਡਾ ਮਤਲਬ ਕਿ ਨਵੀਂ ਕਾੜਨੀ ਇਸਤੇਮਾਲ ਕੀਤੀ ਹੈ, ਜੇ ਅਸੀਂ ਇਹਦੇ ਵਿੱਚ ਬਿਨਾਂ ਚੋਪੜਿਆਂ ਤੋਂ ਦੁੱਧ ਪਾ ਦਿੱਤਾ ਨਾ ਤੇ ਇਹ ਥੱਲੇ ਲੱਗ ਜੂਗਾ, ਸੜ ਜੂਗਾ। ਮੱਖਣੀ ਨਾਲ ਚੋਪੜਨ ਦੇ ਨਾਲ ਕਾੜਨੀ ਦੇ ਵਿੱਚ ਕਦੀ ਵੀ ਦੁੱਧ ਥੱਲੇ ਨਹੀਂ ਲੱਗਦਾ। ਬੜੇ ਹਰ ਚੀਜ਼ ਨੂੰ ਸਾਡੇ ਬਜ਼ੁਰਗਾਂ ਨੇ ਬੜਾ ਸੋਚ ਸਮਝ ਕੇ ਡਿਵੈਲਪ ਕੀਤਾ। ਇਹ ਨਹੀਂ ਕਿ ਉਹਨਾਂ ਕੋਲ ਟੈਕਨੀਕ ਦੀ ਕਮੀ ਸੀ, ਉਹਨਾਂ ਨੇ ਹਰ ਟੈਕਨੀਕ ਨੂੰ ਸੈਂਕੜੇ ਸਾਲ ਇਸਤੇਮਾਲ ਕਰਨ ਤੋਂ ਬਾਅਦ ਹੀ ਸਾਡੇ ਤੱਕ ਪਹੁੰਚਦਾ। ਹੁਣ ਬਿਲਕੁਲ ਇਹਦੇ ਵਿੱਚ ਸਾਰੀ ਮੱਖਣੀ ਲੱਗ ਗਈ ਹੈ ਤੇ ਹੁਣ ਇਹਨੂੰ ਆਪਾਂ ਹਲਕਾ ਜਿਹਾ ਪਾਣੀ ਦੇ ਨਾਲ ਧੋ ਦੇਣਾ ਆ, ਸਾਫ਼ ਕਰ ਦੇਣਾ। ਜਿਹੜੀ ਐਕਸਟਰਾ ਮੱਖਣੀ ਹੈ ਉਹ ਸਾਰੀ ਇਹਦੇ ਵਿੱਚੋਂ ਜਿਹੜਾ ਨਿਕਲ ਜਾਵੇ। ਸਭ ਤੋਂ ਪਹਿਲਾਂ ਅਸੀਂ 4 ਇੰਚ ਪਾਥੀਆਂ ਲਾ ਕੇ ਉਹਦੇ ਵਿੱਚ ਥੋੜੀ ਜਿਹੀ ਅੱਗ ਬਾਲ ਦੇਣੀ ਆ। ਧਖਾਉਣਾ ਆ ਅੱਗ ਨੂੰ, ਤੁਸੀਂ ਅੱਗ ਬਾਲਣੀ ਨਹੀਂ, ਸਿਰਫ ਧਖਾਉਣਾ ਆ ਪਾਥੀਆਂ ਨੂੰ, ਤੇ ਲੱਕੜ ਦੇ ਬੂਰੇ ਨੂੰ ਵੀ ਤੁਸੀਂ ਧਖਾਉਣਾ ਹੀ ਆ। ਇਹ ਅੱਗ ਬਾਲ ਲਈ ਤਾਂ ਫਿਰ ਉਹ ਸਾਰਾ ਕੁਝ ਗਲਤ ਹੋ ਜਾਣਾ। ਸੋ ਹੁਣ ਆਪਾਂ ਕਾੜਨੀ ਦੇ ਵਿੱਚ ਜਿੰਨਾ ਵੀ ਤੁਸੀਂ ਆਪਣੀ ਸਹੂਲਤ ਦੇ ਹਿਸਾਬ ਨਾਲ ਦੁੱਧ ਲੈਣਾ, ਜਿਵੇਂ ਕਿ ਅਸੀਂ ਇੱਥੇ 2 ਕਿਲੋ ਦੁੱਧ ਲੈ ਰਹੇ ਹਾਂ, ਤਾਜ਼ਾ ਸੱਜਰਾ ਚੋਇਆ ਹੋਇਆ। ਬੜੀ ਖੁਸ਼ੀ ਹੁੰਦੀ ਹੈ ਜਿਸ ਤਰ੍ਹਾਂ ਅਸੀਂ 2 ਕਿਲੋ ਦੁੱਧ ਪਾ ਲਿਆ ਤੇ ਇਹਨੂੰ ਥੋੜਾ ਜਿਹਾ ਹੋਰ ਪਤਲਾ ਕਰਨ ਲਈ ਅਸੀਂ ਇਹਦੇ ਵਿੱਚ ਅੱਧਾ ਕਿਲੋ ਤੋਂ ਲੈ ਕੇ 3 ਪਾ ਤੱਕ, ਮਤਲਬ ਕਿ 750 ਗ੍ਰਾਮ ਤੱਕ ਪਾਣੀ ਪਾ ਦੇਣਾ ਹੈ। ਹੁਣ ਆਪਣੀ ਅੱਗ ਬਿਲਕੁਲ ਧੁੱਖ ਚੁੱਕੀ ਹੈ ਜੀ ਤੇ ਹੁਣ ਅਸੀਂ ਇਸ ਕਾੜਨੀ ਨੂੰ ਹਾਰੇ ਦੇ ਵਿੱਚ ਟਿਕਾ ਦੇਣਾ, ਰੱਖ ਦੇਣਾ।
लो जी आपां काढ़नी रखती है तो उपरों आपां इनू ढक दिता है। ते कम से कम 3 घंटे लगणगे इस नूं गर्म होण ते। देखो तुसीं कुछ नहीं करना, जो करना कुदरत ने करना, घबराओ ना, सिर्फ तुसीं टाइम दिओ, ਜਿਹੜੇ स्टैप तुहानूं दस्से उन्हां नूं फॉलो करिओ ते जिस तरह तुहानूं दस्सी जाना उस तरह करदे जाओ। अपना ना 2 ਤੋਂ 3 घंटे लगे आ ते दुੱਧ पूरा कड़ गया। वेखो ना तो कोई उबाल आउण दी टेंशन सी, ना ही किसी तरह का दुੱਧ थल्ले लगन दी टेंशन सी, ना ही ये डर सी कि दुੱਧ दी अग निकल जेगी। अपने आप मट्ठी मट्ठी सेक ते दुੱਧ कढ़िया। तुहानूं दिखाउने आ मलाई इहदी, आ देखो, वेखो किड्डी सोहणी मलाई इहदी। आ हुंदी है जी मलाई, बाहर कढ़ के भी तुहानूं दिखाउने आ। हुण असीं इहनूं जदों 3 घंटे दे बाद दुੱਧ कढ़ जेगा अपने आप सहिजे सहिजे काढ़नी दे विच, ते इहनूं असीं बाहर कढ़ लैणा। इहनूं हिलाइओ ना, मलाई टुੱਟ ना जावे। वेखो किड्डी सोहणी धुੱਪ जी करके दिखाउने आ मलाई हुंदी है जी। वेखो खट्टे रंग दा दुੱਧ, ये पीण च बड़ा ही मिठा हुंदा ते बड़ा ही। ਜਿਹੜੇ लोग शिकायत करते हैं कि दुੱਧ पीण नाल हैवीनेस हो जाती आ, ਜਾਂ ਦੁੱਧ ਪੀਣ ਦੇ ਨਾਲ शायद कोलेस्ट्रॉल ਵੱਧ ਜਾਂਦੇ ਆ, ਜਾਂ ਜਿਨ੍ਹਾਂ ਨੂੰ ਦੁੱਧ ਤੋਂ ਐਲਰਜੀ ਆ, ਉਹ ਕਾੜਨੀ ਦਾ ਦੁੱਧ ਜ਼ਿੰਦਗੀ 'ਚ ਪੀਓ, ਕਦੇ ਵੀ ਤੁਹਾਨੂੰ ਦੁੱਧ ਦੀ ਐਲਰਜੀ ਨਹੀਂ ਹੋਊਗੀ। ਹੁਣ ਸਿੰਪਲੀ ਆਪਾਂ ਇਹਨੂੰ ਛਾਂ ਦੇ ਵਿੱਚ 2-3 ਘੰਟੇ ਠੰਡਾ ਹੋਣ ਦੇ ਲਈ ਦੁੱਧ ਗਰਮ ਕਰਕੇ ਕਾੜਨੀ ਦੇ ਵਿੱਚ ਛਾਵੇਂ ਰੱਖਿਆ ਸੀ। 2 ਘੰਟੇ बाद वो लगभग कोसा जिहा हो गया। बहुत ज़्यादा ठंडा नहीं करना, अगर ठंडा हो भी जाए तो तुसीं दोबारा कर लिओ गर्म। तो देखो किड्डा सोहना रंग आ गया मलाई का। तो इसे मलाई दे विच आपां हुण फरमेंटेशन प्रोसैस चलाउणा, भाव खट्टा लाउणा। प्रोसैस यही है कि दुੱਧ हल्का हल्का कड़े। कड़न का मतलब की है कि दुੱਧ अपनी फैट सहिजे सहिजे सैपरेट करे। असीं इत्थे फैट नूं सैपरेट कर लैने मलाई दे रूप विच, ते बाकी जिहड़ा दुੱਧ रह जांदा ਉਹ थल्ले अनफैटड दुੱਧ जिहनूं असीं स्किम्ड मिल्क बोल दिंदे आ, ਉਹ रह जांदा। हुण असीं ये नैक्सट पार्ट दे विच की करना है कि सब तो पहलां इहदे विच 1 किलो कच्चा दुੱਧ रला देना है, ताज़ा कच्चा दुੱਧ। फरमेंटेशन प्रोसैस दे विच कंपनियां की करदियां ने कि 2 बैक्टीरिया जिन्हां दे नां तुसीं डिस्पले ते देख रहे हो, इन्हां नूं सैपरेट करके इन्हां दा कल्चर तैयार करके दुੱਧ दे विच फरमेंटेशन प्रोसैस चलाउंदियां ने। पर आपां नैचुरली इहनूं फरमेंटाइज़ करना, भाव खट्टा लाउणा। इसलिए असीं 1 चम्मच दही ਜਾਂ 1 चम्मच लस्सी सेम डे दी बस इन्नी को लस्सी ਜਾਂ इन्ना को दही दुੱਧ ਦੇ ਵਿੱਚ ਪਾ ਦੇਣਾ। ਤੇ ਹੁਣ ਆਪਾਂ ਇਹਨੂੰ ਕੱਜ ਦੇਣਾ। 1 ਰਾਤ ਲਈ ਅਸੀਂ ਇਹਨੂੰ ਰੱਖ ਦੇਣਾ। ਉਸ ਤੋਂ ਪਹਿਲਾਂ ਅਸੀਂ ਇਹਨੂੰ ਥੋੜਾ ਜਿਹਾ ਹਿਲਾ ਲੈਣਾ। ਹਿਲਾਉਣਾ ਇਸ ਕਰਕੇ ਕਿ ਜਿਹੜਾ ਬੈਕਟੀਰੀਆ ਨੈਚੁਰਲ ਕਲਚਰ ਦੇ ਵਿੱਚ ਅਸੀਂ ਲਿਆ ਲੱਸੀ ਦੇ ਰੂਪ ਵਿੱਚ, ਉਹ ਪੂਰੇ ਦੁੱਧ ਦੇ ਵਿੱਚ ਘੁਲ ਜਾਵੇ। ਪੂਰੀ ਰਾਤ ਬੈਕਟੀਰੀਆ ਇਹਦੇ ਪ੍ਰੋਟੀਨਸ ਨੂੰ ਖਾਏਗਾ। ਇਸ ਤੋਂ ਬਾਅਦ ਲੈਕਟਿਕ ਐਸਿਡ ਜਨਰੇਟ ਹੋਏਗਾ, फैट का ब्रेकडाउन होएगा, तो बिल्कुल नैचुरल मखनी निकलेगी। तो यही मखनी आ, ये मखनी तो ही घ्यो तैयार होना जिहदे विच बैड कोलेस्ट्रॉल की मात्रा बहुत घट होंदी है, ट्रांसफैट की मात्रा 0% होंदी है। तो इस वजह करके मैं दावा करता हुन्ना कि कभी भी देसी घ्यो खाण दे नाल बीपी नहीं वधदा, कभी भी देसी घ्यो वरतन दे नाल कोलेस्ट्रॉल नहीं वधदा, कभी भी ब्लॉकेज नहीं होंदी, ईवन कि ब्लॉकेज खत्म होंदी है। देखो जी आपां पूरी रात जिहड़ा खट्टा ला के रखिया सीगा, दुੱਧ ਨੂੰ फरमेंटाइज़ करके रखिया सीगा, ते दही बन गया। वेखो किड्डा खूबसूरत दही है। यही वो दही है जिहड़ा असीं खाण दे लई हमेशा रिकमेंड करते हैं। पैकिंग वाला दही नहीं, बिल्कुल भी रिकमेंड नहीं करते, तो ना ही जिहड़ा हलवाइयां तो मिलता है, क्योंकि उन्होंने बहुत गलत तरीके नाल बनाया जाता है। संघेड़े का आटा तक वरतिया जाता उस दही नूं बनाउण दे वास्ते। हुण तुहानूं दही दिखाउणे आ कढ के, सारे प्रोडक्ट बनाने सिखा रहा, ताकि जे तुसी बनाना होवे ते घर दे विच आराम नाल बनाओ। उपरों हल्का हल्का तुसी इहनूं मलाई नूं ला लिओ, थल्ले जिहड़ा बिल्कुल तुहानूं क्लिस्टर क्लीयर जिहड़ा दही जम्मिया, इहदे फुੱਟ आ जिहड़े बहुत शानदार बने हुंदे आ। आ देखो हुण आ दही है जी, इहदी समूथनेस देखो, अपने आप ही देखो पीस किड्डे वधिया हो रहे। इह जिहा दही जिथे मर्जी चले जाओ दुनिया ते तुहानूं कदी नहीं मिलेगा। ये दही के इन्ने फायदे ने कि तुसी सोच भी नहीं सकते। जिहड़ा बंदा काढ़नी दे दुੱਧ ਦਾ ਬਣਿਆ दही लस्सी, इसे दुੱਧ ਦੀ बनी मखनी ते काढ़नी दे दुੱਧ ਨੂੰ ਪੀਂਦਾ है, ਤੇ काढ़नी दे दुੱਧ ਤੇ ਤਿਆਰ मखनी दे देसी घ्यो ਨੂੰ ਖਾਂਦਾ है, ਉਹਨੂੰ ਅੱਧਿਓਂ ਜ਼ਿਆਦੀਆਂ ਬਿਮਾਰੀਆਂ ਤਾਂ ਵੈਸੇ ਹੀ ਨਹੀਂ ਹੋ ਸਕਦੀਆਂ ਗੀਆਂ। ਦਹੀਂ ਆਪਾਂ ਕੱਢ ਲਿਆ ਜੀ। ਹੁਣ ਆਪਾਂ ਇਹਨੂੰ ਚਾਟੀ ਦੇ ਵਿੱਚ ਉਲਟ ਲੈਣਾ, ਚਾਟੀ ਦੇ ਵਿੱਚ ਕੱਢ ਲੈਣਾ। ਕਾੜਨੀ ਦੇ ਵਿੱਚ ਦੁੱਧ ਨਹੀਂ ਰਿੜਕਣਾ ਗਾ, ਫਿਰ ਨਹੀਂ ਤਾਂ ਅਗਲੇ ਦਿਨ ਦਾ ਜਿਹੜਾ ਦੁੱਧ ਤੁਸੀਂ ਤਿਆਰ ਕਰਨਾ ਉਹ ਬਿਲਕੁਲ ਵੀ ਸਹੀ ਨਹੀਂ ਬਣੂ ਤੁਹਾਡਾ। ਤੇ ਨੈਕਸਟ ਅਸੀਂ ਅਗਰ ਗਰਮੀਆਂ ਦਾ ਮੌਸਮ ਹੈ ਤਾਂ ਅੱਧਾ ਕਿਲੋ ਠੰਡਾ ਪਾਣੀ ਮਿਕਸ ਕਰਨਾ ਹੈ, ਅਗਰ ਸਰਦੀਆਂ ਦਾ ਮੌਸਮ ਹੈ ਤਾਂ ਅੱਧਾ ਕਿਲੋ ਗਰਮ ਪਾਣੀ ਮਿਕਸ ਕਰਨਾ ਹੈ। ਫਿਰ ਅਸੀਂ ਇਸ ਨੂੰ ਮਧਾਣੀ ਦੇ ਨਾਲ ਲਗਭਗ 20 ਤੋਂ ਲੈ ਕੇ 30 ਮਿੰਟ ਤੱਕ ਰਿੜਕਣਾ ਆ।
करीब 20 मिनट जी अपनी मधानी चली है। उस तो बाद देखो तुसी मखनी बन गई। आ देखो जिमें सिल्क होंदी ना, एडा सोहना इहदा टैक्सचर है, इन्नी को ज़्यादा कोमल ते मुलायम मखनी बनदी ना, तुसी खाओगे तो फिर तुसी याद करोगे। हुण इनू आपां होर बाउंडिंग करन दे लई, क्योंकि इनू थोड़ा जिहा होर असी बाउंड करना है, इसलिए असी इहदे विच ठंडा पानी ऐड कर देना, लगभग 1 ਤੋਂ 1.5 किलो। एक तो फिर ये लस्सी पतली हो जाएगी, दूसरा ठंडा पानी पाउण दे नाल जिहड़ी मखनी है जे बिखरी जी हुई है ना, ये सारी इकट्ठी हो जाएगी। तो पानी पाउण तो बाद सिर्फ 2-3 मिनट ਲਈ तुसी मधानी चला देनी है, तो तुहानू फिर विखाने आ जिहड़ी मखनी निकलदी है। तो फिर तुहानू गां अगे डिस्कस करते हैं कि देसी घ्यो किवें बनना है इस मखनी तो। लो जी हुण अपनी मखनी बिल्कुल तैयार है जी। देखो इहदा टैक्सचर, देखो इहदा कलर, देखो बिल्कुल सफ़ेद रंग की मखनी आ, बिल्कुल सिल्क की तरह मुलायम मखनी है ये। तो ये वो मखनी है जिहड़ी कोलेस्ट्रॉल फ्री होंदी है, क्योंकि इहदे विच गुड फैट की मात्रा ज़्यादा होंदी है, ट्रांस फैट की मात्रा 0% होंदी है। जिहड़ी साडी मोनो अनसैचुरेट फैट ते पॉली अनसैचुरेट फैट, जिहड़ियां दोनों फैट गुड कोलेस्ट्रॉल हुंदा, जिहड़े साडे वीनस दे विच नाड़ां दे विच जम्मे होए बैड कोलेस्ट्रॉल नूं घोल दिंदा है ते साफ कर दिंदा, उस फैट नाल भरपूर ये मखनी है। आ देखो कितना टैक्सचर इहदा फाइन है। तो हुण आपां इहनूं कढदे हां। लो जी हुण आपां सवार के इहनूं धो लिया, साफ कर लिया, तो हुण आपां मखनी कढांगे इहदे विचों। ते पिछे जो बचेगा वो लस्सी, ये उही लस्सी है जी, खट्टी लस्सी, जिहदे पीण दे शकीन आ पंजाबी, जिन्हों पी के लोगों को कभी भी गर्मी की शिकायत नहीं सी हुई, कभी लीवर दे विच फैटीनस नहीं सी आई, हमेशा तंदुरुस्त रहिंदे सीगे। आ मखनी निकलती पई है जी, इधर देखो, वेखो लगदा ना घ्यो, इहनूं घ्यो बोलदे आं असीं। जिहड़ा तुसीं पैकटां वाला खट्टे रंग का घ्यो खाने हो ना, वो घ्यो नहीं, वो निरा जहर आ, ट्रांस फैट आ निरी। आ है जी घ्यो, ते आ है लस्सी जिन्हों पीण दे असीं शकीन आ, जिन्हों सुबह ते दोपहरे पीना चाहिए। तो जिंदगी च कभी कोई पित्त की वकारत नहीं आ सकती, जिंदगी च कभी कोई पित्त का रोग नहीं लग सकता। हुण आपां डिस्कस करते हैं जी देसी घ्यो बनाउण दी सब तो लास्ट ते सब तो इंपॉर्टेंट स्टेज। क्यों मैं ये गल दा दावा करदा कि इस तरीके नाल बनाया होया देसी घ्यो 0% ट्रांस फैट वाला हुंदा है, ये सारा तुहाडे नाल डिस्कस करांगे। सो सब तो पहलां जिहड़ी 4-5 दिन असीं मखनी उस सेम प्रोसैस नाल बनाई है, उसनूं स्टोर कर लेना। तुसीं फ्रिज विच स्टोर कर लिओ अगर बहुत गर्म मुल्क है, जे बहुत ठंडा मुल्क है तो तुसीं वैसे कुज्जी च पा के जां किसी बर्तन दे विच पा के स्टोर कर लिओ। इसनूं एक हैवी बॉटम वाले पतीले विच तुसीं पा लेना है। ਤੁਸੀਂ ਜਿਹੜਾ ਕਰੀਮ ਤੋਂ ਘਿਓ ਬਣਾਉਣੇ ਹੋ ਨਾ, ਮੈਂ ਬਹੁਤ ਇਹ ਚੀਜ਼ਾਂ ਦੇਖੀਆਂ ਨੇ YouTube ਦੇ ਉੱਤੇ ਕਿ ਕੁਝ ਲੋਕ ਦੁੱਧ ਦੇ ਉੱਪਰੋਂ ਕਰੀਮ ਲਾ ਕੇ ਤੇ ਉਸ ਨੂੰ ਸਟੋਰ ਕਰਕੇ ਉਹਦਾ ਘਿਓ ਬਣਾਉਂਦੇ ਨੇ, ਕਰੀਮ ਨੂੰ ਗਰਮ ਕਰਕੇ। ਉਸ ਘਿਓ ਦੇ ਵਿੱਚ ਟਰਾਂਸ ਫੈਟ ਆਉਂਦੀ ਹੈ ਜਾਂ ਬੈਡ ਕੋਲੇਸਟ੍ਰੋਲ ਆਉਂਦਾ ਹੈ, ਜਾਂ ਫਿਰ ਅਸੀਂ ਲਗਾਤਾਰ ਕੀ ਕਰਦੇ ਰਹਿੰਦੇ ਕਿ ਦੁੱਧ ਨੂੰ ਗਰਮ ਕਰਕੇ ਉਸ ਤੋਂ ਮਲਾਈ ਲਾਈ ਜਾਂਦੇ ਆ, ਤੇ ਇੱਕ ਦਿਨ 4-5 ਦਿਨ ਦੀ ਮਲਾਈ ਇਕੱਠੀ ਕਰਕੇ ਉਸ ਨੂੰ ਕਾੜ ਕੇ ਰਿੜਕ ਕੇ ਤੇ ਫਿਰ ਘਿਓ ਬਣਾਉਣੇ ਆ। ਇਹ ਦੋਨੇ ਪ੍ਰੋਸੈਸ ਗਲਤ ਨੇ। ਇਹੀ ਇੱਕ ਜਿਹੜਾ ਟ੍ਰੈਡੀਸ਼ਨਲ ਤਰੀਕਾ ਤੁਹਾਡੇ ਨਾਲ ਡਿਸਕਸ ਕੀਤਾ ਇਹੋ ਹੀ ਸਹੀ ਹੈ। ਸੋ ਹੁਣ ਆਪਾਂ ਇਸ ਮੱਖਣੀ ਨੂੰ ਫਿਰ ਉਸੇ ਹਾਰੇ ਦੇ ਵਿੱਚ ਜਿਹਦੇ ਵਿੱਚ ਆਪਾਂ ਦੁੱਧ ਕਾੜਿਆ ਸੀਗਾ ਉਹਦੇ ਵਿੱਚ ਹੀ ਪਾ ਦੇਣਾ ਹੈ। ਹੁਣ ਤੁਹਾਨੂੰ ਮੈਂ ਦੱਸਦਾ ਕਿ ਇਸ ਘਿਓ ਦੇ ਵਿੱਚ ਟਰਾਂਸ ਫੈਟ ਜਾਂ ਬੈਡ ਕੋਲੇਸਟ੍ਰੋਲ ਕਿਉਂ ਨਹੀਂ ਹੁੰਦੇ, ਕਿਉਂਕਿ ਜਦੋਂ ਅਸੀਂ ਮੱਖਣੀ ਨੂੰ ਬਹੁਤ ਲੋ ਫਲੇਮ ਤੇ, ਜਾਣੀ ਕਿ ਇਹਦੇ ਬੋਇਲਿੰਗ ਪੁਆਇੰਟ ਸਮੋਕਿੰਗ ਪੁਆਇੰਟ ਤੋਂ ਬਹੁਤ ਥੱਲੇ ਗਰਮ ਕਰਦੇ ਹਾਂ, ਜਿਹੜਾ ਕਿ ਇਹਦਾ ਸਮੋਕਿੰਗ ਪੁਆਇੰਟ 250 ਡਿਗਰੀ ਸੈਂਟੀਗ੍ਰੇਡ ਹੁੰਦਾ, ਉਸ ਤੋਂ ਬਹੁਤ ਥੱਲੇ ਗਰਮ ਕਰਦੇ ਹਾਂ। ਇਸ ਤਰੀਕੇ ਨਾਲ ਇਸ ਮੱਖਣੀ ਦੇ ਵਿੱਚ 0% ਟਰਾਂਸ ਫੈਟ ਬਣਦੀ ਆ ਤੇ ਬੈਡ ਕੋਲੇਸਟ੍ਰੋਲ ਬਹੁਤ ਘੱਟ ਰਹਿ ਜਾਂਦੇ, 0% ਦੇ ਬਰਾਬਰ। ਤੇ ਇਹ ਜਿਹੜਾ ਦੇਸੀ ਘਿਓ ਹੈ ਇਹਦੇ ਵਿੱਚ ਸਭ ਤੋਂ ਜ਼ਿਆਦਾ ਗੁੱਡ ਕੋਲੇਸਟ੍ਰੋਲ ਹੁੰਦੇ ਆ, ਹਾਈ ਡੈਂਸਿਟੀ ਕੋਲੇਸਟ੍ਰੋਲ ਹੁੰਦੇ ਆ, ਹਾਈ ਡੈਂਸਿਟੀ ਲਿਪੋਪ੍ਰੋਟੀਨ ਹੁੰਦੇ ਆ, ਜਿਨ੍ਹਾਂ ਦਾ ਮੈਲਟਿੰਗ ਪੁਆਇੰਟ ਬਹੁਤ ਘੱਟ ਹੁੰਦਾ ਹੈ। ਤੇ ਇਸੇ ਵਜ੍ਹਾ ਕਰਕੇ ਮੈਂ ਦਾਅਵਾ ਕਰਦਾ ਹੁੰਦਾ ਕਿ ਇਸ ਮੱਖਣੀ ਤੋਂ ਬਣੇ ਦੇਸੀ ਘਿਓ ਨੂੰ ਖਾਣ ਦੇ ਨਾਲ कभी ब्लॉकेज नहीं हो सकती, कभी हार्ट अटैक नहीं हो सकता, कभी कॉन्स्टिपेशन नहीं हो सकती, कभी पैरालाइसिस वर्गियां बीमारियां नहीं हो सकदियां। तुसीं बेचिंत होकर देसी घिओ खा सकते हो। हुण जिस तरह आपां इस मखनी नूं लो फ्लेम दे उत्ते बिल्कुल समोकिंग पॉइंट ते बहुत थल्ले असीं गर्म करना है। तो इहदा देखियो जिहड़ा आ पिंगलना शुरू हो गया मखनी, इहदे विच जिन्ना भी एक्सैस लिक्विड जिन्हों असीं लस्सी बोल दिंदे आ वो सहेजे सैपरेट होएगी ਤੇ ਗਰਮ ਹੋਣ ਤੋਂ ਬਾਅਦ ਇਹਦੇ ਦੇਸੀ ਘਿਓ ਜਿਹੜਾ ਲਿਕੁਇਡ ਫਾਰਮ ਦੇ ਵਿੱਚ ਥੱਲੇ ਬੈਠ ਜਾਏਗਾ। ਲੈਟਸ ਸੀ, ਦੇਖੋ ਕਿ
ਕਿੰਨੀ ਲੋ ਫਲੇਮ ਤੇ ਜਿਹੜੀ ਇਹਦੀ ਲੱਸੀ ਆ ਉਹ ਬਿਲਕੁਲ ਬੋਇਲ ਹੋ ਰਹੀ ਆ, ਉਬਲ ਰਹੀ ਆ ਤੇ ਸਹਿਜੇ ਸਹਿਜੇ ਸਾਰੀ ਲੱਸੀ ਜਿਹੜੀ ਆ ਉਹ ਵੈਪੋਰੇਟ ਹੋ ਜਾਏਗੀ। 2 ਘੰਟੇ ਲੋ ਫਲੇਮ ਤੇ ਪ੍ਰੋਸੈਸ ਹੋਣ ਤੋਂ ਬਾਅਦ ਦੇਖੋ ਆ ਸਾਡਾ ਲਿਕੁਇਡ 골ਡ ਬਣਿਆ, ਪਿਓਰ ਦੇਸੀ ਘਿਓ, ਜਿਸ 'ਚੋਂ ਪੂਰੀ ਲੱਸੀ ਵੈਪੋਰੇਟ ਹੋ ਗਈ ਹੈ ਤੇ ਸਾਰੀ ਹਾਰਡ ਫੈਟ ਆ ਜਿਹੜੀ ਉਹ ਥੱਲੇ ਬੈਠ ਗਈ ਹੈ। ਹੁਣ ਆਪਾਂ ਇਹਨੂੰ ਕਿਸੇ ਬਰਤਨ ਦੇ ਵਿੱਚ ਪੁਣ ਕੇ ਛਾਣ ਕੇ ਸਟੋਰ ਕਰਾਂਗੇ। ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਛਾਣ ਕੇ ਪੁਣ ਕੇ ਰੱਖ ਲੈਣਾ ਤੇ ਇਹਨੂੰ 2 ਬਰਤਨਾਂ ਦੇ ਵਿੱਚ ਸਭ ਤੋਂ ਸੇਫਲੀ ਸਿਕਿਉਰ ਕੀਤਾ ਜਾ ਸਕਦਾ। 10 ਸਾਲ ਤੱਕ ਇਹ ਦੇਸੀ ਘਿਓ ਖਰਾਬ ਨਹੀਂ ਹੋ ਸਕਦਾ ਤੇ ਜਿੰਨਾ ਪੁਰਾਣਾ ਇਹ ਦੇਸੀ ਘਿਓ ਹੁੰਦਾ ਜਾਊਗਾ ਉਨੇ ਹੀ ਔਸ਼ਧੀ ਗੁਣ ਇਹਦੇ ਵੱਧਦੇ ਜਾਣਗੇ, ਇੰਪਰੂਵ ਹੁੰਦੇ ਜਾਣਗੇ। ਜਾਂ ਤਾਂ ਤੁਸੀਂ ਇਹਨੂੰ ਮਿੱਟੀ ਦੇ ਭਾਂਡੇ ਵਿੱਚ ਸਾਂਭ ਸਕਦੇ ਹੋ, ਜਾਂ ਫਿਰ ਤੁਸੀਂ ਇਹਨੂੰ ਕੱਚ ਦੇ ਬਰਤਨ ਵਿੱਚ ਸਾਂਭ ਸਕਦੇ ਹੋ, ਜਾਂ ਫਿਰ ਤੁਸੀਂ ਇਹਨੂੰ ਚੀਨੀ ਦੇ ਬਰਤਨ ਵਿੱਚ ਸਾਂਭ ਸਕਦੇ ਹੋ, ਜਾਂ ਫੂਡ ਗ੍ਰੇਡ ਸਟੇਨਲੈਸ ਸਟੀਲ ਦੇ ਵਿੱਚ ਅਸੀਂ ਇਹਨੂੰ ਪ੍ਰੀਜ਼ਰਵ ਕਰ ਸਕਦੇ ਹਾਂ, ਸਟੋਰ ਕਰ ਸਕਦੇ ਹਾਂ। ਆਹ ਦੇਖੋ ਜੀ, ਆਹ ਬਣਿਆ ਆ ਪਿਓਰ ਦੇਸੀ ਘਿਓ। ਇਹਦੇ ਵਿੱਚ ਥੋੜੀ ਜਿਹੀ ਕੰਟੈਮੀਨੇਸ਼ਨ ਹੋਰ ਰਹਿ ਗਈ ਆ ਤੇ ਇੱਕ ਵਾਰੀ ਤੁਸੀਂ ਇਹਨੂੰ ਹੋਰ ਕੱਪੜੇ ਦੇ ਨਾਲ ਇਹਨੂੰ ਛਾਣ ਕੇ ਰੱਖ ਲੈਣਾ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਦੇਸੀ ਘਿਓ ਬਣਾਉਣ ਦੀ ਟੈਕਨੀਕ, ਟ੍ਰੈਡੀਸ਼ਨਲ ਟੈਕਨੀਕ ਬੇहद ਪਸੰਦ ਆਈ ਹੋਊਗੀ। ਇਸ ਨੂੰ ਵੱਧ ਤੋਂ ਵੱਧ ਮੈਕਸਿਮਮ ਲੋਕਾਂ ਤੱਕ WhatsApp ਤੇ YouTube ਤੇ Facebook ਤੇ ਜ਼ਰੂਰ ਸ਼ੇਅਰ ਕਰਿਓ। ਥੈਂਕ ਯੂ ਜੀ।